ਕਦੇ ਸੋਚਿਆ ਹੈ ਕਿ ਇੱਕ ਕੰਪਨੀ ਇੰਨੀ ਤਾਕਤਵਰ ਕਿਵੇਂ ਹੋ ਸਕਦੀ ਹੈ ਕਿ ਉਹ ਇੱਕ ਪੂਰੇ ਉਪ ਮਹਾਦੀਪ ਤੇ ਹੀ ਰਾਜ ਕਰਨ ਲੱਗ ਪਵੇ? ਪਰ ਫਿਰ ਉਦੋਂ ਕੀ ਹੁੰਦਾ ਹੈ ਜਦੋਂ ਉਸੇ ਸਾਮਰਾਜ ਦੀਆਂ ਨੀਹਾਂ ਹਿੱਲਣੀਆਂ ਸ਼ੁਰੂ ਹੋ ਜਾਣ? ਤਾਂ ਅੱਜ ਆਪਾਂ 1813 ਦੇ ਚਾਰਟਰ ਐਕਟ ਦੀ ਕਹਾਣੀ ਤੇ ਨਜ਼ਰ ਮਾਰਾਂਗੇ, ਇੱਕ ਅਜਿਹਾ ਮੋੜ ਜਿਸ ਨੇ ਭਾਰਤ ਤੇ ਈਸਟ ਇੰਡੀਆ ਕੰਪਨੀ ਦੀ ਪਕੜ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਇਹੀ ਤਾਂ ਅਸਲ ਸਵਾਲ ਹੈ। ਇੱਕ ਕੰਪਨੀ ਜਿਸ ਕੋਲ ਆਪਣੀਆਂ ਫੌਜਾਂ ਸਨ, ਜੋ ਜੰਗਾਂ ਲੜਦੀ ਸੀ ਤੇ ਜਿਸ ਦਾ ਵਪਾਰ ਤੇ ਪੂਰਾ ਕੰਟਰੋਲ ਸੀ, ਉਸ ਦੇ ਹੱਥੋਂ ਇਹ ਸਾਰੀ ਤਾਕਤ ਕਿਵੇਂ ਖਿਸਕਣ ਲੱਗੀ? ਖੈਰ, ਇਸ ਦਾ ਜਵਾਬ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਨਹੀਂ, ਬਲਕਿ ਬ੍ਰਿਟੇਨ ਵਿੱਚ ਹੀ ਲੁਕਿਆ ਹੋਇਆ ਸੀ। ਤਾਂ ਥੋੜਾ ਪਿੱਛੇ ਚਲਦੇ ਹਾਂ, 1813 ਤੋਂ ਪਹਿਲਾਂ ਦੀ ਗੱਲ ਕਰੀਏ। ਈਸਟ ਇੰਡੀਆ ਕੰਪਨੀ ਸਿਰਫ ਕੋਈ ਕਾਰੋਬਾਰੀ ਕੰਪਨੀ ਨਹੀਂ ਸੀ, ਇਹ ਤਾਂ ਭਾਰਤ ਵਿੱਚ ਇੱਕ ਪੂਰਾ ਸਾਮਰਾਜ ਚਲਾ ਰਹੀ ਸੀ। ਵਪਾਰ ਤੋਂ ਲੈ ਕੇ ਟੈਕਸ ਇਕੱਠਾ ਕਰਨ ਤੱਕ ਹਰ ਚੀਜ਼ ਤੇ ਉਹਨਾਂ ਦਾ ਪੂਰਾ ਕੰਟਰੋਲ ਸੀ। ਸੋਚ ਕੇ ਦੇਖੋ, ਉਹੀ ਸਰਕਾਰ ਸੀ, ਉਹੀ ਕਾਨੂੰਨ ਸੀ। ਪਰ ਕਹਿੰਦੇ ਨੇ ਨਾ, ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਬ੍ਰਿਟੇਨ ਵਿੱਚ ਹੁਣ ਬਦਲਾਅ ਦੀ ਖਨੀਰੀ ਚੁੱਲ ਰਹੀ ਸੀ। ਇਹ ਕੋਈ ਇੱਕ ਤਾਕਤ ਨਹੀਂ ਸੀ, ਚਾਰ ਵੱਡੀਆਂ ਤਾਕਤਾਂ ਮਿਲ ਕੇ ਕੰਪਨੀ ਦੇ ਇਸ ਕਿਲੇ ਨੂੰ ਢਾਉਣ ਲਈ ਤਿਆਰ ਖੜੀਆਂ ਸਨ। ਤਾਂ ਸਭ ਤੋਂ ਪਹਿਲਾ ਦਬਾਅ ਸੀ ਪੈਸੇ ਦਾ। ਸਿੱਧੀ ਜੀ ਗੱਲ ਹੈ, ਬ੍ਰਿਟੇਨ ਦੀਆਂ ਫੈਕਟਰੀਆਂ ਸਮਝੋ ਮਾਲ ਦਾ ਇੱਕ ਦਰਿਆ ਵਹਾ ਰਹੀਆਂ ਸਨ। ਹੁਣ ਇਹ ਮਾਲ ਵੇਚਣਾ ਕਿੱਥੇ ਸੀ? ਨਜ਼ਰਾਂ ਸਿੱਧੀਆਂ ਭਾਰਤ ਦੇ ਵੱਡੇ ਬਾਜ਼ਾਰ ਤੇ ਸਨ, ਪਰ ਦਰਵਾਜ਼ੇ ਤੇ ਇੱਕ ਪਹਿਰੇਦਾਰ ਖੜਾ ਸੀ, ਈਸਟ ਇੰਡੀਆ ਕੰਪਨੀ। ਇਸ ਦੇ ਨਾਲ ਹੀ ਇੱਕ ਨਵਾਂ ਆਈਡੀਆ ਵੀ ਜ਼ੋਰ ਫੜ ਰਿਹਾ ਸੀ, ਮੁਕਤ ਵਪਾਰ। ਯਾਨੀ ਕਿ ਵਪਾਰ ਸਾਰਿਆਂ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ। ਕੋਈ ਇੱਕ ਕੰਪਨੀ ਸਾਰੇ ਮੁਨਾਫੇ ਤੇ ਕੁੰਡਲੀ ਮਾਰ ਕੇ ਕਿਉਂ ਬੈਠੇ? ਇਹ ਸੋਚ ਈਸਟ ਇੰਡੀਆ ਕੰਪਨੀ ਦੇ ਬਿਜ਼ਨਸ ਮਾਡਲ ਤੇ ਸਿੱਧਾ ਹਮਲਾ ਸੀ। ਫਿਰ ਤੀਜਾ ਦਬਾਅ ਆਇਆ ਸਿਆਸਤ ਦਾ। ਬ੍ਰਿਟੇਨ ਵਿੱਚ ਇੱਕ ਬਹਿਸ ਛਿੜ ਪਈ ਸੀ। ਕਈ ਵੱਡੇ ਚਿੰਤਕ ਕਹਿ ਰਹੇ ਸਨ ਕਿ ਭਾਈ, ਇੱਕ ਕੰਪਨੀ ਦਾ ਕੰਮ ਵਪਾਰ ਕਰਨਾ ਹੈ, ਰਾਜ ਕਰਨਾ ਨਹੀਂ। ਉਹਨਾਂ ਦਾ ਤਰਕ ਸੀ ਕਿ ਬ੍ਰਿਟਿਸ਼ ਸਰਕਾਰ ਨੂੰ ਸਿੱਧਾ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੋ ਇੱਥੋਂ ਦੇ ਲੋਕਾਂ ਨੂੰ ਸੱਭਿਅਕ ਬਣਾਇਆ ਜਾ ਸਕੇ। ਅਤੇ ਆਖਰੀ, ਚੌਥਾ ਦਬਾਅ ਸੀ ਧਰਮ ਦਾ। ਬ੍ਰਿਟੇਨ ਵਿੱਚ ਚਰਚ ਦੇ ਲੋਕ ਵੀ ਸਰਕਾਰ ਤੇ ਪੂਰਾ ਜ਼ੋਰ ਪਾ ਰਹੇ ਸਨ। ਉਹ ਚਾਹੁੰਦੇ ਸਨ ਕਿ ਈਸਾਈ ਮਿਸ਼ਨਰੀਆਂ ਨੂੰ ਭਾਰਤ ਜਾਣ ਦੀ ਖੁੱਲ੍ਹੀ ਇਜਾਜ਼ਤ ਮਿਲੇ, ਪਰ ਕੰਪਨੀ ਉਹਨਾਂ ਦੇ ਰਾਹ ਵਿੱਚ ਰੋੜਾ ਬਣੀ ਹੋਈ ਸੀ। ਤਾਂ ਹੁਣ ਸੋਚੋ, ਇੱਕ ਪਾਸੇ ਉਦਯੋਗ, ਦੂਜੇ ਪਾਸੇ ਨਵੇਂ ਵਿਚਾਰ, ਤੀਜੇ ਪਾਸੇ ਸਿਆਸਤ ਤੇ ਚੌਥੇ ਪਾਸੇ ਧਰਮ। ਬ੍ਰਿਟਿਸ਼ ਸੰਸਦ ਤੇ ਚਾਰੇ ਪਾਸਿਓਂ ਦਬਾਅ ਸੀ ਤੇ ਸਾਰੇ ਦਬਾਅ ਦਾ ਜਵਾਬ ਨਿਕਲਿਆ ਚਾਰਟਰ ਐਕਟ 1813, ਇੱਕ ਕਾਨੂੰਨ ਜਿਸ ਨੇ ਖੇਡ ਦੇ ਨਿਯਮ ਹੀ ਬਦਲ ਦਿੱਤੇ। ਤਾਂ ਇਸ ਐਕਟ ਨੇ ਸਭ ਤੋਂ ਪਹਿਲੇ ਤੇ ਸਭ ਤੋਂ ਵੱਡੀ ਸੱਟ ਕਿੱਥੇ ਮਾਰੀ? ਸਿੱਧਾ ਵਪਾਰ ਤੇ, ਕੰਪਨੀ ਦੀ ਤਾਕਤ ਦੀ ਜੜ ਤੇ। ਤਾਂ ਦੇਖੋ, ਬਦਲਾਅ ਕਿੰਨਾ ਵੱਡਾ ਸੀ। ਇੱਕ ਪਾਸੇ 1813 ਤੋਂ ਪਹਿਲਾਂ ਸਾਰਾ ਵਪਾਰ ਸਿਰਫ ਈਸਟ ਇੰਡੀਆ ਕੰਪਨੀ ਦੇ ਹੱਥ ਵਿੱਚ ਸੀ, ਪਰ ਇੱਕ ਕਾਨੂੰਨ ਨਾਲ ਸਾਰੀ ਖੇਡ ਪਲਟ ਗਈ। ਕੰਪਨੀ ਦਾ ਏਕਾਧਿਕਾਰ ਯਾਨੀ ਕਿ ਮੋਨੋਪੋਲੀ ਖਤਮ। ਹੁਣ ਹਰ ਬ੍ਰਿਟਿਸ਼ ਵਪਾਰੀ ਲਈ ਦਰਵਾਜ਼ੇ ਖੁੱਲ੍ਹੇ ਸਨ। ਹਾਂ, ਕੰਪਨੀ ਕੋਲ ਦੋ ਚੀਜ਼ਾਂ ਛੱਡ ਦਿੱਤੀਆਂ ਗਈਆਂ, ਚਾਹ ਦਾ ਵਪਾਰ ਅਤੇ ਚੀਨ ਨਾਲ ਵਪਾਰ। ਪਰ ਇੱਥੇ ਇੱਕ ਮਜ਼ੇਦਾਰ ਗੱਲ ਹੈ। ਭਾਵੇਂ ਕੰਪਨੀ ਦੀ ਤਾਕਤ ਘਟਾ ਦਿੱਤੀ ਗਈ, ਪਰ ਉਹਨਾਂ ਦੇ ਮਾਲਿਕਾਂ ਦੀ ਜੇਬ ਗਰਮ ਰੱਖੀ ਗਈ। ਐਕਟ ਵਿੱਚ ਇਹ ਪੱਕਾ ਕੀਤਾ ਗਿਆ ਕਿ ਕੰਪਨੀ ਦੇ ਸ਼ੇਅਰਹੋਲਡਰਾਂ ਨੂੰ ਭਾਰਤ ਦੀ ਕਮਾਈ ਵਿੱਚੋਂ 10.5% ਦਾ ਮੁਨਾਫਾ ਮਿਲਦਾ ਰਹੇਗਾ, ਯਾਨੀ ਉਹਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਪਰ ਰੁਕੋ, ਇਹ ਕਹਾਣੀ ਸਿਰਫ ਵਪਾਰ ਤੇ ਪੈਸੇ ਦੀ ਨਹੀਂ ਹੈ। ਇਸ ਐਕਟ ਨੇ ਤਾਂ ਪਾਵਰ ਦੀ ਪੂਰੀ ਗੇਮ ਹੀ ਬਦਲ ਦਿੱਤੀ। ਇਸ ਨੇ ਸਰਕਾਰ, ਚਰਚ ਤੇ ਕੰਪਨੀ ਵਿਚਾਲੇ ਇੱਕ ਨਵਾਂ ਸਮੀਕਰਨ ਬਣਾਇਆ। ਇਸ ਦਾ ਮਤਲਬ ਬਹੁਤ ਸਾਫ਼ ਸੀ, ਇੱਕ ਸਿੱਧਾ ਐਲਾਨ ਕਿ ਭਾਈ, ਭਾਰਤ ਵਿੱਚ ਅਸਲੀ ਬੌਸ ਕੌਣ ਹੈ? ਭਾਵੇਂ ਜ਼ਮੀਨ ਤੇ ਕੰਪਨੀ ਰਾਜ ਕਰ ਰਹੀ ਸੀ, ਪਰ ਸਭ ਤੋਂ ਉੱਤੇ ਬ੍ਰਿਟੇਨ ਦਾ ਰਾਜਾ ਜਾਂ ਰਾਣੀ ਹੀ ਰਹੇਗਾ। ਇਸ ਐਕਟ ਨੇ ਕੰਪਨੀ ਨੂੰ ਦੱਸ ਦਿੱਤਾ ਕਿ ਉਹ ਹੁਣ ਸੁਪਰੀਮ ਪਾਵਰ ਨਹੀਂ ਹੈ। ਯਾਦ ਹੈ ਚਰਚ ਦਾ ਦਬਾਅ? ਖੈਰ, ਉਸ ਦਾ ਨਤੀਜਾ ਵੀ ਇਸ ਐਕਟ ਵਿੱਚ ਦਿਸਿਆ। ਈਸਾਈ ਮਿਸ਼ਨਰੀਆਂ ਲਈ ਭਾਰਤ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ। ਅਤੇ ਇਹ ਸਿਰਫ ਇੱਕ ਛੋਟਾ ਕਦਮ ਨਹੀਂ ਸੀ, ਇਸ ਨੇ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਸਮਾਜਿਕ ਤਾਣੇ-ਬਾਣੇ ਨੂੰ ਬਹੁਤ ਪ੍ਰਭਾਵਿਤ ਕਰਨਾ ਸੀ। ਅਤੇ ਇੱਕ ਹੋਰ ਹੈਰਾਨ ਕਰਨ ਵਾਲੀ ਚੀਜ਼, ਇਸ ਐਕਟ ਵਿੱਚ ਪਹਿਲੀ ਵਾਰ ਭਾਰਤੀਆਂ ਦੀ ਸਿੱਖਿਆ ਲਈ ਪੈਸਾ ਰੱਖਿਆ ਗਿਆ। ਹਾਂ, ਰਕਮ ਸਿਰਫ 1 ਲੱਖ ਰੁਪਏ ਸੀ, ਜੋ ਬਹੁਤ ਜ਼ਿਆਦਾ ਨਹੀਂ ਸੀ, ਪਰ ਇਹ ਇੱਕ ਵੱਡਾ ਸੰਕੇਤ ਸੀ। ਇਹ ਦੱਸਦਾ ਸੀ ਕਿ ਬ੍ਰਿਟਿਸ਼ ਸਰਕਾਰ ਹੁਣ ਸਿਰਫ ਵਪਾਰ ਨਹੀਂ, ਸਗੋਂ ਭਾਰਤ ਦੇ ਭਵਿੱਖ ਨੂੰ ਆਪਣੇ ਹਿਸਾਬ ਨਾਲ ਢਾਲਣ ਬਾਰੇ ਵੀ ਸੋਚ ਰਹੀ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਤੇ ਵੀ ਕੰਪਨੀ ਦੀ ਪਕੜ ਢਿੱਲੀ ਕੀਤੀ ਗਈ, ਜਿਵੇਂ ਕਿ ਸਥਾਨਕ ਸਰਕਾਰਾਂ ਨੂੰ ਟੈਕਸ ਲਗਾਉਣ ਤੇ ਵਸੂਲਣ ਦੀ ਤਾਕਤ ਮਿਲੀ। ਲੰਡਨ ਵਿੱਚ ਬੈਠੇ ਕੰਟਰੋਲ ਬੋਰਡ ਨੂੰ ਹੋਰ ਪਾਵਰ ਦਿੱਤੀ ਗਈ।
ਕੰਪਨੀ ਜੋ ਵੀ ਕਾਨੂੰਨ ਬਣਾਉਂਦੀ ਸੀ ਉਸ ਨੂੰ ਹੁਣ ਬ੍ਰਿਟਿਸ਼ ਸੰਸਦ ਤੋਂ ਪਾਸ ਕਰਵਾਉਣਾ ਪੈਂਦਾ ਸੀ ਤੇ ਹਾਂ, ਵਪਾਰ ਦੀ ਕਮਾਈ ਤੇ ਰਾਜ ਕਰਨ ਦੀ ਕਮਾਈ ਦਾ ਹਿਸਾਬ-ਕਿਤਾਬ ਵੀ ਵੱਖਰਾ-ਵੱਖਰਾ ਰੱਖਣਾ ਪੈਣਾ ਸੀ। ਸਿੱਧੇ ਸ਼ਬਦਾਂ ਵਿੱਚ ਕੰਪਨੀ ਦੀ ਮਨਮਰਜ਼ੀ ਹੁਣ ਖਤਮ ਹੋ ਰਹੀ ਸੀ। ਤਾਂ ਜਦੋਂ ਆਪਾਂ ਇਹ ਸਾਰੇ ਟੁਕੜੇ ਜੋੜ ਕੇ ਦੇਖਦੇ ਹਾਂ ਤਾਂ ਇੱਕ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਇਹ ਸਿਰਫ ਇੱਕ ਕਾਨੂੰਨ ਨਹੀਂ ਸੀ, ਇਹ ਤਾਂ ਭਾਰਤ ਵਿੱਚ ਪਾਵਰ ਦੇ ਸ਼ਿਫਟ ਹੋਣ ਦੀ ਕਹਾਣੀ ਸੀ, ਇੱਕ ਵਪਾਰਿਕ ਮਿਸ਼ਨ ਤੋਂ ਇੱਕ ਸਾਮਰਾਜੀ ਮਿਸ਼ਨ ਵੱਲ। ਇਸ ਲਈ 1813 ਦਾ ਚਾਰਟਰ ਐਕਟ ਅਸਲ ਵਿੱਚ ਉਹ ਟਰਨਿੰਗ ਪੁਆਇੰਟ ਸੀ ਜਿੱਥੋਂ ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਮਕਸਦ ਹੀ ਬਦਲ ਗਿਆ। ਹੁਣ ਗੱਲ ਸਿਰਫ ਪੈਸਾ ਕਮਾਉਣ ਦੀ ਨਹੀਂ ਰਹੀ ਸੀ, ਬਲਕਿ ਇੱਕ ਰਸਮੀ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਪੱਕੀਆਂ ਕਰਨ ਦੀ ਸੀ। ਪਾਵਰ ਹੌਲੀ-ਹੌਲੀ ਇੱਕ ਕੰਪਨੀ ਦੇ ਹੱਥੋਂ ਖਿਸਕ ਕੇ ਸਿੱਧੀ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਜਾ ਰਹੀ ਸੀ। ਅਤੇ ਇਹੀ ਗੱਲ ਸਾਨੂੰ ਇੱਕ ਵੱਡੇ ਸਵਾਲ ਤੇ ਛੱਡ ਜਾਂਦੀ ਹੈ। ਜਦੋਂ ਇੱਕ ਵਾਰ ਤਾਜ ਨੇ ਆਪਣੀ ਤਾਕਤ ਜਤਾ ਦਿੱਤੀ ਅਤੇ ਸਾਮਰਾਜ ਦਾ ਰਾਹ ਪੱਧਰਾ ਕਰ ਦਿੱਤਾ, ਤਾਂ ਕੀ ਹੁਣ ਭਾਰਤ ਤੇ ਸਿੱਧਾ ਬ੍ਰਿਟਿਸ਼ ਰਾਜ ਹੋਣਾ ਤੈਅ ਨਹੀਂ ਸੀ? 1813 ਵਿੱਚ ਜੋ ਬੀਜ ਬੀਜੇ ਗਏ ਸਨ, ਉਹਨਾਂ ਦੀ ਫਸਲ ਤਾਂ ਆਉਣ ਵਾਲੇ ਦਹਾਕਿਆਂ ਵਿੱਚ ਪੂਰੇ ਹਿੰਦੁਸਤਾਨ ਨੇ ਵੱਢਣੀ ਸੀ।